PCOS ਦੀ ਜਿਹੜੀ ਕਿ ਇਹ ਪ੍ਰੋਬਲਮ ਹੈ ਬਹੁਤ ਆਮ ਜਿਹੜੀ ਕੁੜੀਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਐਕਚੁਅਲ ਦੇ ਵਿੱਚ ਹੈ ਕੀ ਹੈ PCOS? PCOS ਮੀਨਸ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼। ਤਾਂ ਇਹਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਬਹੁਤ ਕਨਫਿਊਜ਼ ਰਹਿੰਦੀਆਂ ਨੇ ਕਿ ਇਹਦੇ ਵਿੱਚ ਵੀ ਸਾਨੂੰ ਸਿਸਟ ਹੈ, ਇਟ ਮੀਨਸ ਕਿ ਉਹ ਸਾਨੂੰ PCOS ਹੈ ਕੀ ਹੈ ਬੇਸਿਕਲੀ ਮੈਟਾਬੋਲਿਕ ਹਾਰਮੋਨਲ ਸਿੰਡਰੋਮ ਹੈ। PCOS ਅਤੇ PMOS ਨੂੰ ਲੈ ਕੇ ਬਹੁਤ ਕਨਫਿਊਜ਼ਨ ਹੈਗੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਹ ਚੀਜ਼ ਬੜੀ ਟ੍ਰੈਂਡ ਹੋ ਰਹੀ ਹੈ। ਦੋਨਾਂ ਦਾ ਡਿਫਰੈਂਸ ਸਮਝਾ ਸਕਦੇ ਹੋ ਕੀ ਹੈਗਾ ਇਹਦੇ ਵਿੱਚ? ਇਹਦੇ ਨਾ ਨਾਮ ਨਾਲ ਹੀ ਪ੍ਰੋਬਲਮ ਸੀਗੀ। ਓਕੇ। PCOS 'ਚ ਕੀ ਹੈ? ਪੋਲੀਸਿਸਟਿਕ। ਤਾਂ ਲੋਕਾਂ ਨੂੰ ਕੀ ਲੱਗਦਾ ਸੀਗਾ ਕਿ ਸਿਸਟ ਹੈ ਤੇ ਮੀਨਸ PCOS ਹੈ। ਇਹ ਬਿਲਕੁਲ ਗਲਤ ਹੈ। ਕੁਝ ਵਿਮਨ ਜਿੱਦਾਂ ਦੀਆਂ ਹੁੰਦੀਆਂ ਕਿ ਉਹਨਾਂ ਨੂੰ ਸਿਸਟ ਨਹੀਂ ਹੁੰਦੀ ਲੇਕਿਨ PCOS ਹੁੰਦਾ ਹੈ, ਔਰ ਕੁਝ ਵਿਮਨ ਇਦਾਂ ਦੀਆਂ ਹੁੰਦੀਆਂ ਕਿ ਉਹਨਾਂ ਨੂੰ PCOS ਨਹੀਂ ਹੁੰਦਾ ਲੇਕਿਨ ਸਿਸਟ ਹੁੰਦੀ ਹੈ। ਅਕੋਰਡਿੰਗ ਟੂ ਆਯੁਰਵੇਦਾ ਵਾਤ ਪਿੱਤ ਤੇ ਕਫ। ਵਾਤ ਨਾਲ ਕੀ ਹੋਏਗਾ? ਉਹਦਾ ਸਟ੍ਰੈਸ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ। ਜਿਹੜੀ ਆਪਣੀ ਸਾਈਕਲ ਦੀ ਪ੍ਰੋਬਲਮ ਹੈ, ਮੈਂਸਟਰਲ ਸਾਈਕਲ ਦੀ ਪ੍ਰੋਬਲਮ ਹੈ ਤੇ ਉਹ ਡਿਸਟਰਬ ਹੋ ਜਾਂਦੀ ਹੈ। ਕਫ ਨਾਲ ਕੀ ਹੋਏਗਾ ਕਿ weight gain ਹੋਣਾ ਸ਼ੁਰੂ ਹੋ ਜਾਂਦਾ ਹੈ, ਓਬੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਪੀਰੀਅਡਸ ਇਰੈਗੂਲਰ ਹੋ ਜਾਂਦੇ, 3-3 4-4 ਮਹੀਨੇ ਪੀਰੀਅਡਸ ਨਹੀਂ ਆਉਂਦੇ ਕੁੜੀਆਂ ਨੂੰ। ਜਿਹੜੀਆਂ ਕੁੜੀਆਂ ਨੂੰ PCOS ਹੈਗਾ ਉਹਨਾਂ ਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ, ਫਿਰ ਇਹਦਾ ਕੀ ਸੋਲੂਸ਼ਨ ਹੈ? PCOS ਇੱਕ ਮੈਨੇਜੇਬਲ ਕੰਡੀਸ਼ਨ ਹੈ। ਅਗਰ ਆਪਾਂ ਉਸ ਨੂੰ ਮੈਨੇਜ ਕਰਾਂਗੇ ਤੇ ਉਹ ਠੀਕ ਵੀ ਹੋ ਸਕਦਾ ਹੈ, ਐਸਾ ਕੁਝ ਨਹੀਂ ਹੈ। ਆਯੁਰਵੇਦ ਦੇ ਵਿੱਚ ਕੁਝ ਅਜਿਹੀ ਫਾਰਮੂਲੇਸ਼ਨ ਤਿਆਰ ਕੀਤੀ ਗਈ ਹੈ ਜਿਹੜੀ ਕਿ ਇਸ ਪ੍ਰੋਬਲਮ ਨੂੰ ਸੌਰਟ ਆਊਟ ਕਰਨ ਦੇ ਵਿੱਚ ਵਧੀਆ ਰੋਲ ਨਿਭਾ ਸਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ। ਸੋ ਮਾਡਰਨਾਈਜੇਸ਼ਨ ਦੇ ਵਿੱਚ ਲਾਈਫਸਟਾਈਲ ਬਦਲਿਆ, ਪਰ ਬਦਲਦੇ ਦੌਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿ ਇੰਟਰਨਲ ਬੋਡੀ ਦੇ ਵਿੱਚ ਚੇਂਜਸ ਆਈਆਂ ਨੇ, ਜਿਸ ਦਾ ਹੁਣ ਹਿਊਮਨ ਬੋਡੀ ਦੇ ਉੱਪਰ ਸਿੱਧਾ ਇਫੈਕਟ ਪੈਣਾ ਦੇਖਣ ਦੇ ਵਿੱਚ ਆ ਰਿਹਾ ਹੈ। ਖਾਸ ਕਰਕੇ ਜੇਕਰ ਆਪਾਂ ਮਹਿਲਾਵਾਂ ਦਾ ਜ਼ਿਕਰ ਕਰੀਏ ਤਾਂ ਇਸ ਵੇਲੇ ਜੋ ਮਹਿਲਾਵਾਂ ਨੇ PCOS ਦੇ ਨਾਲ ਗ੍ਰਸਤ ਨੇ ਅਤੇ ਇਹ ਕਹਿ ਲਈਏ ਕਿ 10 ਦੇ ਵਿੱਚੋਂ 6 ਤੋਂ 7 ਮਹਿਲਾਵਾਂ ਇਸ ਬਿਮਾਰੀ ਦੀ ਗ੍ਰਿਫਤ ਦੇ ਵਿੱਚ ਆ ਚੁੱਕੀਆਂ ਨੇ, ਤਾਂ ਇਹ ਗਲਤ ਨਹੀਂ ਹੋਵੇਗਾ। ਆਖਿਰਕਾਰ PCOS ਹੋਣ ਦੀ ਵਜ੍ਹਾ ਕੀ ਹੈ, ਇਸ ਦੇ ਕੀ ਸਿੰਪਟਮਸ ਨੇ, ਆਯੁਰਵੇਦ ਦੇ ਵਿੱਚ ਇਸ ਦਾ ਕੀ ਬਿਹਤਰ ਇਲਾਜ ਹੈ, ਇਸ ਸੰਬੰਧੀ ਗੱਲਬਾਤ ਕਰਾਂਗੇ। ਲਾਈਵਵੇਦਾ ਦੇ ਆਯੁਰਵੇਦ ਐਕਸਪਰਟ ਡਾਕਟਰ ਆਕਾਂਕਸ਼ਾ ਸ਼ਰਮਾ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ। ਸੋ ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ PCOS ਦੀ ਜਿਹੜੀ ਕਿ ਇਹ ਪ੍ਰੋਬਲਮ ਹੈ ਬਹੁਤ ਆਮ ਜਿਹੜੀ ਕੁੜੀਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਐਕਚੁਅਲ ਦੇ ਵਿੱਚ ਹੈ ਕੀ ਹੈ PCOS? ਸਰ ਦੇਖੋ, ਜਿਹੜਾ PCOS ਹੈ ਉਹ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ 10 ਵਿੱਚੋਂ ਜਿਹੜੀ 7 ਵਿਮਨ ਹੈ ਉਹ ਫੇਸ ਕਰ ਰਹੀਆਂ ਨੇ ਇਸ ਟਾਈਮ, ਔਰ ਇਹ ਇੱਕ ਬਹੁਤ ਹੀ ਕੰਸਰਨਡ ਟੌਪਿਕ ਬਣ ਗਿਆ ਹੈ ਅੱਜ ਦਾ। ਲੇਕਿਨ ਕੁਝ ਵਿਮਨ 'ਚ ਕੀ ਹੁੰਦਾ ਹੈ, PCOD ਹੁੰਦਾ ਹੈ ਤੇ ਕੁਝ ਵਿਮਨ ਜਿਹੜੀਆਂ ਹੁੰਦੀਆਂ ਉਹਨਾਂ 'ਚ PCOS ਹੁੰਦਾ ਹੈ। ਤੇ ਉਹਦੇ ਵਿੱਚ ਜਿਹੜੇ ਅੱਜ ਕੱਲ੍ਹ ਆਪਾਂ ਬਹੁਤ ਕਨਫਿਊਜ਼ ਰਹਿ ਰਹੇ ਹਾਂ ਕਿ PCOS ਕੀ ਹੈ ਤੇ PCOD ਕੀ ਹੈ। PCOD ਇੱਕ ਕੰਡੀਸ਼ਨ ਹੈ ਜੋ ਥੋੜੇ ਟਾਈਮ ਲਈ ਆਉਂਦੀ ਹੈ। ਤੁਸੀਂ ਆਪਣਾ ਲਾਈਫ ਸਟਾਈਲ ਠੀਕ ਕਰੋਗੇ ਉਹ ਠੀਕ ਹੋ ਜਾਏਗੀ। ਮੀਨਸ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਮਤਲਬ ਕਿ ਉਹ ਥੋੜੇ ਟਾਈਮ ਲਈ ਹੈ, ਜਿਹਦੇ ਵਿੱਚ ਸਿਰਫ ਓਵਰੀ ਵਿੱਚ ਸਾਡੀ ਇੱਕ ਆਰਗਨ ਹੁੰਦਾ ਹੈ, ਰਿਪਰੋਡਕਟਿਵ ਆਰਗਨ ਹੁੰਦਾ ਹੈ ਫੀਮੇਲਸ ਦੇ ਵਿੱਚ, ਓਨਲੀ ਫੀਮੇਲਸ ਦੇ ਵਿੱਚ ਹੁੰਦਾ ਹੈ, ਜਿਹਦੇ ਵਿੱਚ ਤੁਹਾਨੂੰ ਸਿਸਟ ਮੀਨਸ ਕਿ ਗੱਠ ਦੇਖੀ ਜਾਏਗੀ। ਉਹ ਪਾਣੀ ਦੀ ਗੱਠ ਵੀ ਹੋ ਸਕਦੀ ਹੈ ਜਾਂ ਫਿਰ ਕੋਈ ਫਲੂਇਡ ਫਿਲਡ ਗੱਠ ਵੀ ਹੋ ਸਕਦੀ ਹੈ। ਬਹੁਤ ਰੇਅਰ ਚਾਂਸਸ ਹੁੰਦੇ ਨੇ ਉਹ ਹੈਮਰੇਜਿਕ ਸਿਸਟ ਮੀਨਸ ਜਾਂ ਫਿਰ ਚਾਕਲੇਟ ਸਿਸਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੁੰਦਾ ਹੈ। ਲੇਕਿਨ ਜਿਹੜਾ ਮੇਨ ਕੰਸਰਨ ਹੈ ਉਹ ਹੈ PCOS ਮੀਨਸ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼। ਤਾਂ ਇਹਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਬਹੁਤ ਕਨਫਿਊਜ਼ ਰਹਿੰਦੀਆਂ ਨੇ ਕਿ ਇਹਦੇ ਵਿੱਚ ਵੀ ਸਾਨੂੰ ਸਿਸਟ ਹੈ, ਇਟ ਮੀਨਸ ਕਿ ਉਹ ਸਾਨੂੰ PCOS ਹੈ। ਬਟ ਬਹੁਤ ਜਿਹੜੀਆਂ ਵਿਮਨ ਹੈ ਐਸੇ ਕੇਸਿਸ ਨੇ ਜਿਨ੍ਹਾਂ ਵਿੱਚ ਕੀ ਹੁੰਦਾ ਹੈ, ਸਿਸਟ ਨਹੀਂ ਹੁੰਦੀ ਲੇਕਿਨ PCOS ਹੁੰਦਾ ਹੈ। ਤਾਂ ਇਹ ਹੈ ਕੀ ਹੈ ਬੇਸਿਕਲੀ ਮੈਟਾਬੋਲਿਕ ਹਾਰਮੋਨਲ ਸਿੰਡਰੋਮ ਹੈ। ਸਿੰਡਰੋਮ ਮੀਨਸ ਗਰੁੱਪ ਆਫ ਡਿਜ਼ੀਜ਼, ਗਰੁੱਪ ਆਫ ਸਿੰਪਟਮਸ, ਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਿੰਪਟਮਸ ਹੈ ਉਹ ਆਉਂਦੇ ਨੇ। ਸੋ PCOS ਅਤੇ PMOS ਨੂੰ ਲੈ ਕੇ ਬਹੁਤ ਕਨਫਿਊਜ਼ਨ ਹੈਗੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਹ ਚੀਜ਼ ਬੜੀ ਟ੍ਰੈਂਡ ਹੋ ਰਹੀ ਹੈ। ਦੋਨਾਂ ਦਾ ਡਿਫਰੈਂਸ ਸਮਝਾ ਸਕਦੇ ਹੋ ਕੀ ਹੈਗਾ ਇਹਦੇ ਵਿੱਚ? ਰਾਈਟ। ਅੱਜ ਕੱਲ੍ਹ ਇਹ ਰਿਸਰਚ ਆਈ ਹੈ ਇੱਕ ਕਿ ਉਹਨਾਂ ਨੇ PCOS ਦਾ ਨਾਮ ਬਦਲ ਕੇ PMOS ਕਰ ਦਿੱਤਾ। ਓਕੇ। ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਨੂੰ ਚੇਂਜ ਕਰਕੇ ਪੋਲੀ ਐਂਡੋਕਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰੋਮ ਕਰ ਦਿੱਤਾ ਹੈ, ਕਿਉਂਕਿ ਇਹਦੇ ਨਾ ਨਾਮ ਨਾਲ ਹੀ ਪ੍ਰੋਬਲਮ ਸੀਗੀ। PCOS 'ਚ ਕੀ ਹੈ? ਪੋਲੀਸਿਸਟਿਕ। ਤਾਂ ਲੋਕਾਂ ਨੂੰ ਕੀ ਲੱਗਦਾ ਸੀਗਾ ਕਿ ਸਿਸਟ ਹੈ ਤੇ ਮੀਨਸ PCOS ਹੈ, ਬਟ ਇਹ ਬਿਲਕੁਲ ਗਲਤ ਹੈ। ਕੁਝ ਵਿਮਨ ਜਿੱਦਾਂ ਦੀਆਂ ਹੁੰਦੀਆਂ ਕਿ ਉਹਨਾਂ ਨੂੰ ਸਿਸਟ ਨਹੀਂ ਹੁੰਦੀ ਲੇਕਿਨ PCOS ਹੁੰਦਾ ਹੈ, ਔਰ ਕੁਝ ਵਿਮਨ ਇੱਦਾਂ ਦੀਆਂ ਹੁੰਦੀਆਂ ਕਿ ਉਹਨਾਂ ਨੂੰ PCOS ਨਹੀਂ ਹੁੰਦਾ ਲੇਕਿਨ ਸਿਸਟ ਹੁੰਦੀ ਹੈ। ਸੋ ਤੁਸੀਂ ਲੰਮੇ ਸਮੇਂ ਤੋਂ ਆਯੁਰਵੇਦ ਨਾਲ ਜੁੜੇ ਹੋਏ ਹੋ, ਸਟੱਡੀ ਵੀ ਕੀਤੀ ਹੈ, ਤੁਸੀਂ ਇਹ ਸ਼ਬਦ ਦਾ ਕਿਤੇ ਜ਼ਿਕਰ ਸੁਣਿਆ PCOS ਨੂੰ ਲੈ ਕੇ? ਆਯੁਰਵੇਦ ਦੇ ਵਿੱਚ ਕੁਝ ਮੈਂਸ਼ਨ ਕੀਤਾ ਗਿਆ ਜਾਂ ਫਿਰ ਇਹ ਬਦਲਦਾ ਜਿਹੜਾ ਕਿ ਲਾਈਫਸਟਾਈਲ ਹੈ ਉਸ ਦੀ ਵਜ੍ਹਾ ਕਰਕੇ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ? ਸਰ ਦੇਖੋ, ਜਿਹੜਾ PMOS ਹੁਣ ਆਪਾਂ
MOS ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਇਹਦਾ ਨਾਮ ਚੇਂਜ ਕਰਕੇ PMOS ਕਰ ਦਿੱਤਾ ਹੈ ਜੀ। ਤੇ ਆਯੁਰਵੇਦਾ ਦੇ ਟੈਕਸਟ 'ਚ ਇੱਕ ਆਪਾਂ ਡਾਇਰੈਕਟ ਐਵੀਡੈਂਸ ਦੇਖੀਏ ਤਾਂ ਐਸਾ ਕੁਝ ਨਹੀਂ ਹੈ, ਲੇਕਿਨ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਡਿਫਰੈਂਟ ਕੰਡੀਸ਼ਨ ਹੋ ਜਾਂਦੀ ਹੈ ਬਾਡੀ ਦੀ, ਹਾਰਮੋਨਲ ਮੈਟਾਬੋਲਿਕ ਸਿੰਡਰੋਮ ਬਣ ਜਾਂਦਾ ਹੈ, ਇਹ ਕ੍ਰੋਨਿਕ ਡਿਜ਼ੀਜ਼ ਹੋ ਜਾਂਦੀ ਹੈ ਬੇਸਿਕਲੀ। ਤਾਂ ਉਹਦੇ ਵਿੱਚ ਜਿੱਦਾਂ ਸਾਡੇ ਆਚਾਰਿਆ ਸੁਸ਼ਰੁਤ ਨੇ, ਆਚਾਰਿਆ ਚਰਕ ਨੇ, ਉਹਨਾਂ ਨੇ ਵੈਲ ਐਕਸਪਲੇਨ ਕੀਤਾ ਹੋਇਆ ਹੈ ਕਿ ਇਹ ਆਪਣੀ ਅਗਨੀ ਦੀ ਡਿਜ਼ੀਜ਼ ਹੈ, ਧਾਤੂ ਦੀ ਡਿਜ਼ੀਜ਼ ਹੈ। ਅਗਨੀ ਬੇਸਿਕਲੀ ਜਿਹੜੀ ਸਾਡੀ ਜਠਰ ਅਗਨੀ ਹੁੰਦੀ ਹੈ, ਕਿ ਰੋਟੀ ਨੂੰ ਪਚਾਉਣ ਵਾਲੀ, ਅਗਰ ਆਪਾਂ ਆਮ ਭਾਸ਼ਾ 'ਚ ਗੱਲ ਕਰਦੇ ਹਾਂ, ਜਦੋਂ ਉਹ ਡਿਸਟਰਬ ਹੋ ਜਾਂਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਬਾਡੀ 'ਚ ਟੌਕਸਿਨ ਡਿਵੈਲਪ ਹੋਣਾ ਸ਼ੁਰੂ ਹੋ ਜਾਂਦੇ ਆ। ਟੌਕਸਿਨ ਡਿਵੈਲਪ ਹੋਣਾ ਸ਼ੁਰੂ ਹੋ ਜਾਣਗੇ, ਉਹਦੇ ਨਾਲ ਕੀ ਹੈ, ਮੈਟਾਬੋਲਿਕ ਵੇਸਟ ਬਣੇਗਾ, ਜਿਹਦੀ ਵਜ੍ਹਾ ਤੇ ਜਿਹੜਾ ਮੈਟਾਬੋਲਿਜ਼ਮ ਹੈ ਬਹੁਤ ਜ਼ਿਆਦਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਹੈ। ਬੇਸਿਕਲੀ ਜਿਹੜਾ ਇੱਕ ਵਰਡ ਯੂਜ਼ ਕੀਤਾ ਹੈ ਆਚਾਰਿਆਂ ਨੇ, ਉਹ ਹੈ ਆਰਤਵ ਦੁਸ਼ਟੀ। ਆਰਤਵ ਮੀਨਸ ਕਿ ਮੈਂਸਟਰੁਅਲ ਡਿਸਆਰਡਰਸ, ਦੁਸ਼ਟੀ ਮੀਨਸ ਕਿ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ। ਸੋ ਜਦੋਂ ਵੀ ਕੋਈ ਡਿਸੀਜ਼ ਹੁੰਦੀ ਹੈ ਬੋਡੀ ਦੇ, ਉਸ ਦਾ ਨੈਗੇਟਿਵ ਇਫੈਕਟ ਪੈਂਦਾ ਹੀ ਆ। ਸੋ ਬੋਡੀ ਦੇ ਵਿੱਚ ਕੀ ਚੇਂਜਸ ਆਉਂਦੀਆਂ ਨੇ? ਰਾਈਟ, ਬਾਡੀ 'ਚ ਦੇਖੋ ਸਭ ਤੋਂ ਪਹਿਲੇ ਤਾਂ ਕੀ ਹੈ, ਹਾਰਮੋਨਲ ਚੇਂਜਸ ਆਉਣਗੇ। ਹਾਰਮੋਨਲ ਚੇਂਜਸ ਵਿੱਚ ਕੀ ਹੈ, ਉਹਨੂੰ ਇਰੈਗੂਲਰ ਪੀਰੀਅਡਸ ਹੋਣਗੇ, ਐਨੋਵੂਲੇਟਰੀ ਕੰਡੀਸ਼ਨ ਹੋ ਜਾਏਗੀ, ਮਤਲਬ ਕਹਿੰਦੇ ਨਾ ਆਪਾਂ ਕਿ ਐਗ ਰਿਲੀਜ਼ ਨਹੀਂ ਹੁੰਦਾ, ਤਾਂ ਉਹ ਇਨਫਰਟੀਲਿਟੀ ਦੀ ਔਰ ਉਹਨੂੰ ਲੈ ਕੇ ਜਾਂਦਾ ਹੈ। ਸੈਕੰਡ ਕੀ ਹੈ, ਐਂਡਰੋਜਨਸ। ਐਂਡਰੋਜਨਸ ਮੀਨਸ ਕਿ ਮੇਲ ਹਾਰਮੋਨ, ਫੀਮੇਲ ਦੇ ਵਿੱਚ ਮੇਲ ਹਾਰਮੋਨ ਉਨੀ ਕੀ ਕੁਆਂਟੀਟੀ 'ਚ ਹੋਣੇ ਚਾਹੀਦੇ ਆ, ਲੇਕਿਨ ਅਗਰ ਉਹ ਵਧਣਾ ਸ਼ੁਰੂ ਹੋ ਜਾਂਦੇ ਆ ਤਾਂ ਉਹਦੀ ਵਜ੍ਹਾ ਤੋਂ ਕੀ ਹੈ ਕਿ ਉਹਦੇ ਵਿੱਚ ਮੇਲ ਜਿਹੜੇ ਕਰੈਕਟਰਸ ਆ ਆਉਣਾ ਸ਼ੁਰੂ ਹੋ ਜਾਣਗੇ, ਫੇਸ਼ੀਅਲ ਹੇਅਰ ਗਰੋਥ ਹੋਣਾ ਸ਼ੁਰੂ ਹੋ ਜਾਏਗੀ, ਐਕਨੇ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਹੈ। ਤਾਂ ਇਹਨੂੰ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ ਕਿ ਸਾਡੀ ਬਾਡੀ 'ਚ 3 ਦੋਸ਼ ਹੁੰਦੇ ਆ ਅਕੋਰਡਿੰਗ ਟੂ ਆਯੁਰਵੇਦਾ। ਵਾਤ, ਪਿੱਤ ਤੇ ਕਫ। ਵਾਤ ਨਾਲ ਕੀ ਹੋਏਗਾ, ਉਹਦਾ ਸਟ੍ਰੈਸ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ, ਜਿਹੜੀ ਆਪਣੀ ਸਾਈਕਲ ਦੀ ਪ੍ਰੋਬਲਮ ਹੈ, ਮੈਂਸਟਰੁਅਲ ਸਾਈਕਲ ਦੀ ਪ੍ਰੋਬਲਮ ਹੈ, ਤੇ ਉਹ ਡਿਸਟਰਬ ਹੋ ਜਾਂਦੀ ਹੈ। ਕਫ ਨਾਲ ਕੀ ਹੋਏਗਾ ਕਿ weight gain ਹੋਣਾ ਸ਼ੁਰੂ ਹੋ ਜਾਂਦਾ ਹੈ, ਓਬੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਔਰ ਹਾਰਮੋਨਸ ਜਿਹੜੇ ਹੈ ਉਹ ਡਿਸਟਰਬ ਹੋਣਗੇ ਤੇ ਉਹਦੇ ਨਾਲ ਕੀ ਹੈ ਕਿ ਪੀਰੀਅਡਸ ਇਰੈਗੂਲਰ ਹੋ ਜਾਂਦੇ, 3-3 4-4 ਮਹੀਨੇ ਪੀਰੀਅਡਸ ਨਹੀਂ ਆਉਂਦੇ ਕੁੜੀਆਂ ਨੂੰ। ਤੇ ਪਿੱਤ ਹੈ, ਪਿੱਤ ਨਾਲ ਕੀ ਹੋਏਗਾ, ਹੈਅਰ ਫਾਲ ਹੋਣਾ ਸ਼ੁਰੂ ਹੋ ਜਾਂਦਾ ਹੈ, ਵਾਈਟਨਿੰਗ ਆਫ ਹੈਅਰ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹੜੇ ਬਾਲ ਹੈ ਉਹ ਪਤਲੇ ਪੈਣਾ ਸ਼ੁਰੂ ਹੋ ਜਾਂਦੇ ਆ, ਮਤਲਬ ਬ੍ਰੇਕੇਜ ਬਹੁਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਚਿੜਚਿੜਾਪਨ ਵੀ ਦੇਖਣ ਨੂੰ ਮਿਲਦਾ, ਉਹ ਵੀ ਇਹੀ ਕਾਰਨ ਹੈ। ਹਾਂ, ਇਰੀਟੇਬਿਲਿਟੀ, ਇਹੀ ਕਾਰਨ ਹੈ। ਇਹਦੀ ਵਜ੍ਹਾ ਤੇ ਜਦੋਂ ਤਿੰਨੋਂ ਦੋਸ਼ ਜਿਹੜੇ ਆ ਉਹ ਡਿਸਟਰਬ ਹੋ ਜਾਣਗੇ ਬਾਡੀ ਦੇ, ਤੇ ਆਬਵੀਅਸਲੀ ਉਹਨੂੰ ਪ੍ਰੋਬਲਮ ਤੇ ਸੋ ਆਏਗੀ। ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਐਗ ਰਿਲੀਜ਼ ਨਹੀਂ ਹੁੰਦੇ, ਪੀਰੀਅਡ ਡਿਸਟਰਬ ਹੋ ਜਾਂਦੇ ਨੇ, ਤਾਂ ਫਿਰ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਜਿਹੜੀਆਂ ਕੁੜੀਆਂ ਨੂੰ PCOS ਹੈਗਾ ਉਹਨਾਂ ਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ। ਫਿਰ ਇਹਦਾ ਕੀ ਸੋਲੂਸ਼ਨ ਹੈ? ਸਰ ਦੇਖੋ, ਇੱਕ ਨਾ ਮਿਥ ਬਣ ਚੁੱਕਿਆ ਹੈ ਕਿ ਕਿਸੇ ਨੂੰ PCOS ਹੈ ਤੇ ਉਹਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਐਸਾ ਕੁਝ ਨਹੀਂ ਹੈ। ਜਿਨ੍ਹਾਂ ਨੂੰ PCOS ਹੁੰਦਾ ਨਾ, ਉਹਨਾਂ ਨੂੰ ਵੀ ਅੱਗੇ ਜਾ ਕੇ ਹੈਲਦੀ ਪ੍ਰੈਗਨੈਂਸੀ ਹੁੰਦੀ ਹੈ। ਓਕੇ। ਤੇ ਕਦੇ ਵੀ ਇਸ ਚੀਜ਼ ਨੂੰ ਲੈ ਕੇ ਜੱਜ ਨਹੀਂ ਕਰਨਾ ਕਿਸੇ ਨੂੰ, ਠੀਕ ਹੈ। ਤੇ ਦੂਜਾ ਕਿਆ ਹੈ ਕਿ ਕੁਝ ਔਮਨ 'ਚ ਇੱਦਾਂ ਹੁੰਦਾ ਹੈ ਕਿ ਉਹਨਾਂ ਨੂੰ ਕਨਸੀਵ ਕਰਨ 'ਚ ਪ੍ਰੋਬਲਮ ਹੁੰਦੀ ਹੈ। ਉਹ ਕਿਉਂ ਹੁੰਦੀ ਹੈ? ਕਿਉਂਕਿ ਉਹਨਾਂ ਦੇ ਬਾਡੀ ਦੇ ਅੰਦਰ ਪ੍ਰੋਬਲਮ ਚੱਲ ਰਹੀ ਹੈ। ਲੇਕਿਨ ਅਗਰ ਉਸ ਨੂੰ ਆਪਾਂ ਮੈਨੇਜ ਕਰਾਂਗੇ, PCOS ਇੱਕ ਮੈਨੇਜੇਬਲ ਕੰਡੀਸ਼ਨ ਹੈ, ਅਗਰ ਆਪਾਂ ਉਸ ਨੂੰ ਮੈਨੇਜ ਕਰਾਂਗੇ ਤੇ ਉਹ ਠੀਕ ਵੀ ਹੋ ਸਕਦਾ ਹੈ, ਐਸਾ ਕੁਝ ਨਹੀਂ ਹੈ। ਸੋ ਕੋਈ ਨੋਰਮਲ ਟੈਸਟ ਹੈਗਾ ਜਿਸ ਨੂੰ ਕਰਾ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਸਾਨੂੰ ਉਹ ਪ੍ਰੋਬਲਮ ਹੈ ਜਾਂ ਨਹੀਂ? ਕਿਉਂਕਿ ਹਰੇਕ ਦੀ ਆਪੋ ਆਪਣੀ ਬੋਡੀ ਨੂੰ ਲੈ ਕੇ ਇੱਕ ਵਿਚਾਰਧਾਰਾ ਬਣੀ ਹੁੰਦੀ ਹੈ। ਇੱਥੋਂ ਤੱਕ ਕਿ ਹੈਲਦੀ ਇਨਸਾਨ ਇਹ ਸੋਚਦਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਜਦੋਂ ਟੈਸਟ ਕਰਵਾਉਂਦੇ ਨੇ ਉਹ ਬਹੁਤ ਕੰਪਲਿਕੇਸ਼ਨ ਹੁੰਦੇ ਨੇ। ਸਰ ਦੇਖੋ, ਜਿਹੜੇ ਨਾ PCOS ਦੇ ਸਿੰਪਟਮਸ ਆ ਆਪਾਂ ਨਾਰਮਲੀ ਵੀ ਦੇਖਦੇ ਹਾਂ। ਲਾਈਕ ਅਗਰ ਕਿਸੇ ਨੂੰ ਸਟ੍ਰੈਸ ਹੋ ਰਿਹਾ ਹੈ ਤੇ ਤਾਂ ਵੀ ਉਹਦੇ ਜਿਹੜੇ ਪੀਰੀਅਡਸ ਆ ਉਹ ਡਿਸਟਰਬ ਹੋ ਜਾਂਦੇ ਆ। ਸੈਕਿੰਡ ਹੈ, ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੋ ਰਹੀ ਹੈ, ਉਹਦੇ ਨਾਲ ਵੀ ਹੋ ਜਾਂਦੇ ਹੈ। ਕੋਈ ਪਰਸਨ ਓਬੀਜ਼ ਹੈ ਜਾਂ ਕੋਈ ਵਰਕ ਲਾਈਫ ਪ੍ਰੈਸ਼ਰ ਆ ਉਹਨੂੰ, ਜਾਂ ਫੈਮਿਲੀ ਪ੍ਰੈਸ਼ਰ ਹੈ, ਉਹਦੇ 'ਚ ਵੀ ਪੀਰੀਅਡਸ ਡਿਸਟਰਬ ਹੋ ਜਾਂਦੇ ਆ। ਤੇ ਇਹਨੂੰ ਨਾ ਇੱਕ ਆਪਾਂ ਨਾ ਕ੍ਰਾਈਟੇਰੀਆ ਬਣਾਇਆ ਹੋਇਆ ਰਿਸਰਚ ਦੇ ਅਕੋਰਡਿੰਗ, ਰੋਟਰਡੈਮ ਕ੍ਰਾਈਟੇਰੀਆ। ਰੋਟਰਡੈਮ ਕ੍ਰਾਈਟੇਰੀਆ 'ਚ ਇਹ ਹੈ ਕਿ ਜੈਸੇ ਫਸਟ ਹੈ ਕਿ ਤੁਹਾਨੂੰ ਹਾਰਮੋਨਲ ਡਿਸਟਰਬੈਂਸ ਹੋ ਜਾਏਗੀ, ਠੀਕ ਹੈ। ਸੈਕਿੰਡ ਕੀ ਹੈ, ਅਗਰ ਆਪਾਂ ਅਲਟਰਾਸਾਊਂਡ ਕਰਵਾਵਾਂਗੇ ਤੇ ਅਲਟਰਾਸਾਊਂਡ ਦੇ ਵਿੱਚ ਕੀ ਹੈ ਕਿ ਸਿਸਟ ਦਿਖਣਗੇ ਉਹਨਾਂ ਨੂੰ, ਮਾਈਨਿਊਟ ਸਿਸਟ ਦਿਖਣਗੇ, ਕੋਈ ਵੱਡੀ ਸਿਸਟ ਨਹੀਂ ਹੁੰਦੀ, ਮਾਈਨਿਊਟ ਸਿਸਟ ਦਿਖਣਗੇ। ਤੇ ਥਰਡ ਹੈ ਕਿ ਉਹਦਾ ਜਿਹੜਾ ਸਟ੍ਰੈਸ ਲੈਵਲ ਹੈ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ, ਓਬੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਅਗਰ ਇਹਦੇ ਵਿੱਚੋਂ ਤੁਹਾਨੂੰ 2 ਤੇ 3 ਸਿੰਪਟਮਸ ਵੀ ਆ ਰਹੇ ਹੈ ਤਾਂ ਰੋਟਰਡੈਮ ਕ੍ਰਾਈਟੇਰੀਆ ਦੇ ਅਕੋਰਡਿੰਗ ਉਹਨੂੰ PCOS ਆਪਾਂ ਡਾਇਗਨੋਸ ਕਰ ਦਿੰਦੇ ਹਾਂ। ਸੋ ਡੇਲੀ ਤੁਸੀਂ ਇਸ ਤਰ੍ਹਾਂ ਦੇ ਪੇਸ਼ੈਂਟ ਨਾਲ ਡੀਲ ਕਰਦੇ ਹੋ, ਸੋ ਦੇਖਣ ਦੇ ਵਿੱਚ ਕੀ ਆਇਆ ਕਿ ਜ਼ਿਆਦਾਤਰ ਇਫੈਕਟਡ ਮੈਰਿਡ ਵੂਮਨ ਨੇ ਜਾਂ ਫਿਰ ਅਨਮੈਰਿਡ? ਪਹਿਲੇ ਕੀ ਹੁੰਦਾ ਸੀ ਕਿ ਇਹ ਜਿਹੜੀ ਪ੍ਰੋਬਲਮ ਸੀਗੀ ਉਹ ਸਾਨੂੰ 40s 50s ਤੋਂ ਬਾਅਦ ਮਿਲਦੀ ਸੀ। ਉਹ ਵੀ ਕਿਉਂ ਮਿਲਦੀ ਸੀ ਕਿ ਲੋਕ ਥੋੜੇ ਆਪਾਂ ਮੈਨੋਪੌਜ਼ਲ ਸਿੰਡਰੋਮ ਦੀ ਗੱਲ ਕਰਦੇ ਹਾਂ, ਮੀਨੋਪੌਜ਼ ਹੋ ਜਾਂਦਾ ਸੀਗਾ, ਹੈ ਨਾ। 50s ਤੋਂ ਬਾਅਦ ਕੀ ਹੈ ਕਿ ਉਹਦੇ ਪੀਰੀਅਡਸ ਰੁਕ ਜਾਂਦੇ ਆ। ਉਹ ਸਾਡੀ ਬਾਡੀ ਦਾ ਇੱਕ ਨੈਚੁਰਲ ਪ੍ਰੋਸੈਸ ਹੈ ਤੇ ਉਹਦੇ ਨਾਲ ਕੀ ਹੈ, ਹਾਰਮੋਨਲ ਫਲਕਚੁਏਸ਼ਨਸ ਹੁੰਦੀਆਂ ਸੀਗੀਆਂ, ਤਾਂ ਆਪਾਂ ਸੋਚਦੇ ਸੀਗੇ। ਬਟ ਅੱਜ ਕੱਲ੍ਹ ਕੀ ਹੈ ਕਿ ਥੋੜਾ ਆਪਣਾ ਜਿਹੜਾ ਲਾਈਫ ਸਟਾਈਲ ਹੈ ਉਹ ਚੇਂਜ ਹੋ ਚੁੱਕਿਆ ਹੈ, ਸਿਡੈਂਟਰੀ ਲਾਈਫ ਸਟਾਈਲ ਹੋ ਗਿਆ ਹੈ, ਲੋਕ ਐਕਟੀਵਿਟੀ ਨਹੀਂ ਕਰਦੇ, ਕੁਝ ਸਟ੍ਰੈਸ ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ, ਤੇ ਜਿਹੜੇ ਆਪਾਂ ਟੀਨੇਜਰਸ ਹੈ ਉਹਨਾਂ 'ਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਸੋ
ਇਹ ਵੀ ਚੀਜ਼ ਦੇਖਣ ਨੂੰ ਆਈ ਹੈ ਕਿ ਅੱਜ ਕੱਲ੍ਹ ਕੁੜੀਆਂ ਮੋਟਾਪੇ ਦਾ ਸ਼ਿਕਾਰ ਜ਼ਿਆਦਾ ਹੋ ਰਹੀਆਂ ਹੈਗੀਆਂ ਨੇ। ਤੁਸੀਂ ਜਿਵੇਂ ਜ਼ਿਕਰ ਕੀਤਾ ਹੈ ਕਿ ਪੀਰੀਅਡ ਜਿਹੜੇ ਨੇ ਉਹ ਇਸ ਨਾਲ ਰੈਗੂਲਰ ਨਹੀਂ ਰਹਿੰਦੇ ਹੈਗੇ ਨੇ, ਉਹ 'ਚ ਡਿਸਟਰਬੈਂਸ ਆ ਜਾਂਦੀ, ਉਹ ਵੀ ਇਹੀ ਕਾਰਨ ਹੈ ਕਿ ਉਹ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੋ ਰਹੀਆਂ ਨੇ। ਸਰ ਦੇਖੋ, ਆਪਾਂ ਨਾ ਡਾਇਰੈਕਟਲੀ ਨਹੀਂ ਕਹਿ ਸਕਦੇ ਕਿ ਮੋਟਾਪਾ ਇਹਦੇ ਕਰਕੇ ਹੀ ਹੋ ਰਿਹਾ ਹੈ, ਬਟ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹਦੇ ਕਰਕੇ ਨਹੀਂ ਹੋ ਰਿਹਾ, ਬਿਕੋਜ਼ ਇਹਦੇ ਵਿੱਚ ਕੀ ਹੈ, PCOS 'ਚ ਮੈਟਾਬੋਲਿਜ਼ਮ ਟੋਟਲੀ ਡਿਸਟਰਬ ਹੋ ਜਾਂਦਾ ਹੈ, ਹਾਰਮੋਨਸ ਟੋਟਲੀ ਡਿਸਟਰਬ ਹੋ ਜਾਂਦੇ ਹੈ, ਜਿਹਦੀ ਵਜ੍ਹਾ ਤੇ ਕਹਿ ਜਿਵੇਂ ਆਯੁਰਵੇਦਾ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਮਾ ਬਣਨਾ ਸ਼ੁਰੂ ਹੋ ਜਾਂਦਾ ਹੈ, ਮੈਟਾਬੋਲਿਕ ਵੇਸਟ ਜਿਹੜਾ ਸਾਡੀ ਬਾਡੀ 'ਚ ਉਹ ਇਨਕਰੀਜ਼ ਹੋ ਜਾਂਦਾ ਹੈ। ਜਠਰ ਅਗਨੀ ਡਿਸਟਰਬ ਹੋ ਜਾਏਗੀ, ਉਹਦੇ ਨਾਲ ਡਾਈਜੈਸ਼ਨ ਪ੍ਰੋਪਰ ਨਹੀਂ ਹੋਗਾ, ਡਾਈਜੈਸ਼ਨ ਪ੍ਰੋਪਰ ਨਹੀਂ ਹੋਏਗਾ ਤਾਂ ਮੈਟਾਬੋਲਿਜ਼ਮ ਡਿਸਟਰਬ ਹੋ ਜਾਏਗਾ, ਤਾਂ ਉਹਦੇ ਨਾਲ ਕੀ ਹੈ, ਫੈਟ ਸਟੋਰੇਜ ਈਜ਼ੀਲੀ ਹੋਣਾ ਸ਼ੁਰੂ ਹੋ ਜਾਂਦੀ ਹੈ। ਇਹਦਾ ਇੱਕ ਮੇਨ ਕਾਰਨ ਹੈ ਕਿ ਜਿਹੜਾ ਆਪਾਂ ਸਾਡਾ ਸੈਡੈਂਟਰੀ ਲਾਈਫਸਟਾਈਲ ਹੋ ਗਿਆ, ਕੋਈ ਕੰਮ ਨਹੀਂ ਕਰਨਾ ਚਾਹੁੰਦਾ। ਪਹਿਲੇ ਕੀ ਹੁੰਦਾ ਸੀਗਾ ਕਿ ਆਪਾਂ ਕੁਝ ਖਾ ਰਹੇ ਹਾਂ, ਜੇ ਛੋਲੇ ਭਟੂਰੇ ਵੀ ਕਿਸੇ ਨੇ ਖਾਦੇ ਆ ਤੇ ਉਹ ਕੰਮ ਇਦਾਂ ਦਾ ਕਰਦਾ ਸੀਗਾ ਕਿ ਉਹ ਪਚ ਜਾਂਦੇ ਸੀਗੇ। ਹੁਣ ਆਪਾਂ ਖਾ ਰਹੇ ਹਾਂ, ਬੈਠ ਜਾਂਦੇ ਹਾਂ, ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈ, ਕੁਝ ਨਹੀਂ ਹੈ, ਤਾਂ ਉਹਦੀ ਵਜ੍ਹਾ ਤੇ ਪ੍ਰੋਬਲਮ ਜ਼ਿਆਦਾ ਵੱਧ ਰਹੀ ਹੈ। ਸੋ ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਲਾਈਫ ਬਹੁਤ ਕਹਿ ਸਕਦੇ ਹਾਂ ਕਿ ਬਿਜ਼ੀ ਹੋ ਚੁੱਕੀ ਹੈ, ਵਰਕ ਦਾ ਪ੍ਰੈਸ਼ਰ, ਕਰੀਅਰ ਨੂੰ ਲੈ ਕੇ ਚਿੰਤਾ। ਸੋ ਸਿੱਧਾ ਸਵਾਲ ਹੈ ਕਿ ਜਿਹੜੀਆਂ ਕੁੜੀਆਂ ਜੌਬ ਕਰਦੀਆਂ ਨੇ, ਕਿ ਉਹ ਇਸ ਚੀਜ਼ ਦੇ ਨਾਲ ਜ਼ਿਆਦਾ ਇਫੈਕਟ ਕਰਦੀਆਂ ਨੇ? ਰਾਈਟ, ਉਹ ਇਸ ਟਾਈਮ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ 30s ਤੋਂ ਪਹਿਲੇ ਜਿਹੜੇ ਆ ਜਾਂਦੇ ਆ ਆਪਣੇ 16 to 30s, ਉਹਦੇ ਵਿੱਚ PCOS ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। 10 to 7 ਵੂਮਨ ਉਹੀ ਅਫੈਕਟਡ ਨੇ, ਉਹ ਇਸੇ ਕਰਕੇ ਅਫੈਕਟਡ ਨੇ। ਸਟ੍ਰੈਸਫੁਲ ਲਾਈਫ ਹੈ, ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈ, ਆਪਾਂ ਜੰਕ ਬਹੁਤ ਜ਼ਿਆਦਾ ਖਾਂਦੇ ਆ, ਹੈ ਨਾ, ਸ਼ੂਗਰ ਇਨਟੇਕ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੇ। ਉਹਦੀ ਵਜ੍ਹਾ ਤੋਂ ਕਿਆ ਹੈ, ਇੱਕ ਤਾਂ ਓਬੈਸਿਟੀ ਵਧੇਗੀ, ਮੈਟਾਬੋਲਿਜ਼ਮ ਡਿਸਟਰਬ ਹੋ ਜਾਏਗਾ। ਤੀਸਰਾ ਕਿਆ ਹੈ ਕਿ ਉਹਨਾਂ ਨੂੰ ਨਾ ਬਹੁਤ ਜ਼ਿਆਦਾ ਦੇਖਣ ਨੂੰ ਮਿਲੇਗਾ ਕਿ अर्ਲੀ ਏਜ 'ਚ ਡਾਇਬਟੀਜ਼ ਬਹੁਤ ਜ਼ਿਆਦਾ ਵੱਧ ਗਈ ਹੈ। ਤਾਂ ਇਨਸੂਲਿਨ ਰੈਜ਼ਿਸਟੈਂਸ ਕਹਿ ਸਕਦੇ ਹਾਂ ਆਪਾਂ। ਉਹਦੀ ਵਜ੍ਹਾ ਕਿਆ ਹੈ, ਇਨਸੂਲਿਨ ਕੀ ਹੈ, ਇੱਕ ਹਾਰਮੋਨ ਹੀ ਹੈ ਕਿ ਜਿਹੜਾ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਲੇਕਿਨ ਜਦੋਂ ਮੈਟਾਬੋਲਿਜ਼ਮ ਡਿਸਟਰਬ ਹੋ ਗਿਆ, ਹਾਰਮੋਨ ਦੀ ਜਿਹੜੀ ਸਿਕਰੀਟ ਕਰਦਾ ਹੈ ਆਪਣਾ ਪੈਨਕ੍ਰੀਆਸ, ਉਹ ਵੀ ਡਿਸਟਰਬ ਹੋ ਜਾਂਦਾ ਹੈ, ਜਿਹਦੀ ਵਜ੍ਹਾ ਤੋਂ ਕੀ ਹੈ, ਇਨਸੂਲਿਨ ਰੈਜ਼ਿਸਟੈਂਸ ਵੱਧ ਗਿਆ। ਸੋ ਬਹੁਤੇ ਕੇਸਿਸ ਦੇ ਵਿੱਚ ਇਹੀ ਹੁੰਦਾ ਹੈ ਕਿ ਸਾਨੂੰ ਸ਼ੁਰੂਆਤੀ ਸਿੰਪਟਮਸ ਦਾ ਨਹੀਂ ਪਤਾ ਲੱਗਦਾ ਹੈਗਾ, ਆਪਾਂ ਉਸ ਚੀਜ਼ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਅਤੇ ਜਦੋਂ ਇਸ ਚੀਜ਼ ਨੂੰ ਆਪਾਂ ਇਗਨੋਰ ਕਰਦੇ ਹੈਗੇ ਹਾਂ ਤਾਂ ਫਿਰ PCOS ਕਿੰਨਾ ਕੁ ਘਾਤਕ ਹੈਗਾ, ਕਿ ਇਹ ਕੈਂਸਰ ਦਾ ਕਾਰਨ ਵੀ ਬਣ ਸਕਦਾ? ਸਰ ਦੇਖੋ, PCOS ਮੈਂ ਤੁਹਾਨੂੰ ਪਹਿਲਾਂ ਵੀ ਡਿਫਾਈਨ ਕੀਤਾ ਸੀਗਾ। PCOS ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਸਿਸਟ ਹੋਵੇ, ਤੇ PCOD 'ਚ ਸਿਸਟ ਹੁੰਦੀ ਹੀ ਹੁੰਦੀ ਹੈ। ਤੇ ਜਿਹੜੀ ਇਹ ਸਿਸਟ ਹੁੰਦੀ ਹੈ, ਇਹ ਇੰਨੀ ਘਾਤਕ ਨਹੀਂ ਹੁੰਦੀ। ਪਾਣੀ ਦੀ ਸਿਸਟ ਹੁੰਦੀ ਹੈ ਜਾਂ ਫਲੂਇਡ ਫਿਲਡ ਸਿਸਟ ਹੁੰਦੀ ਹੈ, ਜੋ ਟਾਈਮ ਟੂ ਟਾਈਮ ਅਗਰ ਆਪਾਂ ਆਪਣਾ ਲਾਈਫਸਟਾਈਲ ਮੈਨੇਜ ਕਰਦੇ ਹਾਂ, ਆਪਣੀ ਡਾਈਟ ਨੂੰ ਮੈਨੇਜ ਕਰਦੇ ਹਾਂ, ਤਾਂ ਠੀਕ ਵੀ ਹੋ ਜਾਂਦੀ ਹੈ। ਲੇਕਿਨ PCOS ਦੇ ਅਗਰ ਕੇਸ ਦੇਖਦੇ ਹਾਂ ਆਪਾਂ, ਉਹਦੇ 'ਚ ਸਿਸਟ ਨਹੀਂ ਦੇਖੀ ਜਾਂਦੀ। ਬੇਸਿਕਲੀ ਕੀ ਹੈ, ਜਿਹੜੀ ਆਪਣੀ ਐਂਡੋਮੈਟਰੀਅਲ ਲਾਈਨਿੰਗ ਹੈ, ਬੱਚਾਦਾਨੀ ਆਪਾਂ ਯੂਟਰਸ ਕਹਿੰਦੇ ਹਾਂ, ਉਹਦੀ ਜਿਹੜੀ ਇੰਟਰਨਲ ਲਾਈਨਿੰਗ ਹੁੰਦੀ ਹੈ, ਉਹਨੂੰ ਆਪਾਂ ਐਂਡੋਮੈਟਰੀਅਮ ਕਹਿੰਦੇ ਹਾਂ। ਉਹਦੀ ਥਿਕਨੈਸ ਨਾ ਵਧਣਾ ਸ਼ੁਰੂ ਹੋ ਜਾਂਦੀ ਹੈ। ਉਹ ਕਿਉਂ ਸ਼ੁਰੂ ਹੋ ਜਾਂਦੀ ਹੈ ਵਧਣਾ, ਕਿ ਪੀਰੀਅਡਸ ਉਹਨੂੰ ਆ ਨਹੀਂ ਰਹੇ, ਉਹ ਜਿਹੜੀ ਇੰਟਰਨਲ ਲਾਈਨਿੰਗ ਹੈ ਉਹ ਮੋਟੀ ਹੁੰਦੀ ਜਾਏਗੀ, ਤਾਂ ਕਦੇ ਉਹ ਕੈਂਸਰ ਦਾ ਸ਼ਿਕਾਰ ਬਣ ਸਕਦੀ ਹੈ। ਅੱਜ ਕੱਲ੍ਹ ਵੂਮੈਨਸ ਦੇ ਵਿੱਚ ਇਹ ਵੀ ਇੱਕ ਦਿੱਕਤ ਆ ਰਹੀ ਹੈ ਕਿ ਯੂਟਰਸ ਦੇ ਵਿੱਚ, ਰਸੋਲੀ ਅਤੇ ਓਵਰੀ ਦੇ ਵਿੱਚ ਪਾਣੀ ਦੀਆਂ ਗੱਠਾਂ ਆਮ ਜਿਹੜੀਆਂ ਕਿ ਵੂਮੈਨਸ ਨੂੰ ਹੋ ਰਹੀਆਂ ਨੇ, ਇਹਦੇ ਵਿੱਚ ਕੀ ਫ਼ਰਕ ਹੈਗਾ ਫਿਰ? ਸਰ ਇਹਨੂੰ ਮੈਂ ਨਾ ਇੱਕ ਡਿਫਰੈਂਸ਼ੀਏਸ਼ਨ ਦਿੰਦੀ ਹਾਂ ਇਹਦੀ, ਕਿ ਜਿਹੜੀ ਪਾਣੀ ਦੀ ਗੱਠ ਹੈ ਨਾ, ਉਹ ਸਿਰਫ ਓਵਰੀ 'ਚ ਮਿਲੇਗੀ, ਔਰ ਓਵਰੀ 'ਚ ਜਿਹੜਾ ਹੈ ਬੇਸਿਕਲੀ ਉਹ ਪਾਣੀ ਦੀ ਗੱਠ ਹੀ ਹੁੰਦੀ ਹੈ, ਜਿਹਨੂੰ ਆਪਾਂ ਸਿਸਟ ਕਹਿ ਦਿੰਦੇ ਹਾਂ। ਪਾਣੀ ਦੀ ਗੱਠ ਹੁੰਦੀ ਹੈ ਜਾਂ ਕੋਈ ਵੀ ਫਲੂਇਡ ਫਿਲਡ ਸੈਕ ਹੁੰਦਾ ਹੈ, ਉਹ ਬਲੱਡ ਵੀ ਹੋ ਸਕਦਾ, ਐਸੀ ਕੋਈ ਚੀਜ਼ ਨਹੀਂ ਹੈ। ਮੈਂ ਪਹਿਲਾਂ ਵੀ ਤੁਹਾਨੂੰ ਐਕਸਪਲੇਨ ਕੀਤਾ ਸੀਗਾ ਕਿ ਹੈਮਰੇਜਿਕ ਸਿਸਟ, ਜਿਹਨੂੰ ਆਪਾਂ ਚਾਕਲੇਟ ਸਿਸਟ ਕਹਿ ਦਿੰਦੇ ਹਾਂ, ਉਹ ਥੋੜੀ ਹਾਰਮਫੁਲ ਹੁੰਦੀ ਹੈ, ਕਿ ਅਗਰ ਉਹ ਬਰਸਟ ਵਗੈਰਾ ਹੋ ਜਾਏ ਤਾਂ ਪ੍ਰੋਬਲਮ ਹੋ ਸਕਦੀ ਹੈ। ਲੇਕਿਨ ਜਿਹੜੀ ਪਾਣੀ ਦੀ ਗੱਠ ਹੈ, PCOD ਜਾਂ PCOS 'ਚ ਜਿਹੜੀ ਹੁੰਦੀ ਹੈ, ਉਹ ਇੰਨੀ ਹਾਰਮਫੁਲ ਨਹੀਂ ਹੁੰਦੀ ਹੈ। ਉਹ ਆਪਾਂ ਅਗਰ ਆਪਣਾ ਲਾਈਫਸਟਾਈਲ ਸਹੀ ਕਰਾਂਗੇ, ਆਪਣਾ ਡਾਈਟ ਸਹੀ ਕਰਾਂਗੇ, ਤਾਂ ਉਹ ਸਹੀ ਹੋ ਜਾਂਦੀ ਹੈ। ਲੇਕਿਨ ਜਿਹੜੀ ਯੂਟਰਸ ਦੀ ਤੁਸੀਂ ਗੱਲ ਕਰ ਰਹੇ ਹੋ, ਬੱਚੇਦਾਨੀ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਕੀ ਹੈ, ਰਸੌਲੀ ਹੁੰਦੀ ਹੈ। ਜਿਹੜੀ ਰਸੌਲੀ ਹੈ, ਉਹ ਇੱਕ ਸੋਲਿਡ ਮਾਸ ਦੀ ਗਰੋਥ ਹੈ, ਮਾਸਪੇਸ਼ੀ ਦੀ ਬਣੀ ਹੁੰਦੀ ਹੈ ਉਹ, ਤੇ ਉਹਨੂੰ ਟਰੀਟ ਕਰਨਾ ਥੋੜਾ ਔਖਾ ਹੋ ਜਾਂਦਾ ਹੈ। ਉਹ ਡਿਪੈਂਡ ਕਰਦਾ ਹੈ ਕਿ ਕਿਸ ਲੋਕੇਸ਼ਨ ਤੇ ਹੈ, ਕਿ ਕਿੰਨੀ ਵੱਡੀ ਹੈ ਉਹ। ਤਾਂ ਉਹਨੂੰ ਆਪਾਂ ਅਗਰ ਮਾਡਰਨ ਦੇ ਵਿੱਚ ਦੇਖੀਏ ਤਾਂ ਉਹਨੂੰ ਆਪਾਂ ਯੂਟਰਨ ਫਿਬਰੋਇਡ ਕਹਿ ਦਿੰਦੇ ਆ। ਤੇ ਇਹ ਡਿਫਰੈਂਸ ਹੈ ਦੋਨਾਂ ਦੇ ਵਿੱਚ। ਸੋ ਅੱਜ ਕੱਲ੍ਹ ਵਾਈਟ ਡਿਸਚਾਰਜ ਵੀ ਕਾਫੀ ਜਿਹੜਾ ਕਿ ਹੈਗਾ ਉਹ ਹਾਇਰ ਕੇਸਿਸ ਦੇ ਵਿੱਚ ਆ ਰਿਹਾ ਹੈਗਾ, ਤਾਂ ਇਹ ਇਹਨਾਂ 'ਚ ਕੁਝ ਫਰਕ ਹੈ ਜਾਂ ਦੋਨੋਂ ਸਿਮਿਲਰਿਟੀ ਨੇ? ਨਹੀਂ ਸਰ, ਦੇਖੋ ਜਿਹੜਾ ਵਾਈਟ ਡਿਸਚਾਰਜ ਹੈ ਉਹ ਇੱਕ ਡਿਫਰੈਂਟ ਕੰਡੀਸ਼ਨ ਆ ਜਾਂਦੀ ਹੈ ਤਾਂ ਦੇਖੋ ਹਾਰਮੋਨਲ ਨਾਲ ਹੀ ਜੁੜੀ ਹੋਈ ਹੈ ਦੋਨੋਂ ਹੀ, ਬਟ ਉਹ ਇੱਕ ਡਿਫਰੈਂਟ ਕੰਡੀਸ਼ਨ ਆ ਜਾਂਦੀ ਹੈ ਜਿਹਨੂੰ ਆਪਾਂ ਲਿਕੋਰੀਆ ਕਹਿੰਦੇ ਆ। ਠੀਕ ਹੈ, ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ, ਲੇਕਿਨ ਉਹਦਾ ਵੀ ਜਿਹੜੇ ਕਾਰਨ ਨੇ ਨਾ, ਉਹ ਸੇਮ ਹੀ ਨੇ, ਕਿ ਸੈਡੈਂਟਰੀ ਲਾਈਫਸਟਾਈਲ ਹੋ ਗਿਆ ਹੈ, ਖਾਣਾ ਪੀਣਾ ਸਾਡਾ ਉੱਦਾਂ ਦਾ ਹੋ ਗਿਆ, ਤਾਂ ਉਹਦੀ ਵਜ੍ਹਾ ਤੋਂ ਇਹ ਪ੍ਰੋਬਲਮ ਹੋ ਜਾਂਦੀ ਹੈ। ਸੋ ਇਹ ਵੀ ਬਹੁਤ ਜਿਹੜੀ ਕਿ ਆਮ ਰਹਿੰਦਾ ਕਿ ਜੇਕਰ ਮੰਨ ਲਓ ਕਿਸੇ ਕੁੜੀ ਨੂੰ ਪੀਰੀਅਡ ਆਉਣ ਦਾ ਸਮਾਂ ਆ ਚੁੱਕਿਆ ਹੈਗਾ, ਪਰ
ਕੁਝ ਅਜਿਹੀ ਸਿਚੁਏਸ਼ਨ ਆ ਜਾਂਦੀ ਕਿ ਉਹ ਖੁਦ ਤੋਂ ਹੀ ਕੁਝ ਇਸ ਤਰ੍ਹਾਂ ਦੀ ਟੈਬਲੇਟ ਲੈ ਕੇ ਪੀਰੀਅਡ ਨੂੰ ਅੱਗੇ ਵਧਾ ਦਿੰਦੀਆਂ ਨੇ, ਤੇ ਉਸ ਦਾ ਕਿੰਨਾ ਕੁ ਨੈਗੇਟਿਵ ਇਫੈਕਟ ਪੈਂਦਾ ਫਿਰ? ਬਹੁਤ ਅੱਛਾ ਕੁਐਸਚਨ ਹੈ ਜਿਹੜਾ ਤੁਸੀਂ ਪੁੱਛ ਰਹੇ ਹੋ, ਕਿਉਂਕਿ ਹਾਲ ਹੀ ਇੱਕ ਕੇਸ ਆਇਆ ਹੈ ਕਿ ਕੁੜੀ ਨੇ ਰੋਕਣ ਦੀ ਮੈਡੀਸਿਨ ਖਾ ਲਈ ਤੇ ਉਹਦੀ ਡੈਥ ਹੋ ਗਈ। ਤੁਸੀਂ ਦੇਖੋ, ਸਾਡੀ ਬਾਡੀ ਦਾ ਇੱਕ ਨੈਚੁਰਲ ਪ੍ਰੋਸੈਸ ਹੈ, ਹਾਰਮੋਨਲ ਪ੍ਰੋਸੈਸ ਹੈ, ਤੁਸੀਂ ਉਹਨੂੰ ਰੋਕ ਰਹੇ ਹੋ ਤੇ ਉਹ ਕਿੱਡੀ ਵੱਡੀ ਗੱਲ ਹੈ ਕਿ ਕੁਝ ਕਰਦੇ ਹੈ ਕਿ ਕਿਸੇ ਨੇ ਪੂਜਾ ਕਰਨੀ ਹੁੰਦੀ ਹੈ, ਕੁਝ ਹੈ, ਉਹ ਪੀਰੀਅਡਸ ਰੋਕਣ ਵਾਸਤੇ ਮੈਡੀਸਿਨਸ ਖਾ ਲੈਂਦੇ ਨੇ, ਬਟ ਇਹ ਬਿਲਕੁਲ ਗਲਤ ਹੈ। ਉਹ ਜਿਹੜਾ ਸਾਡਾ ਨੈਚੁਰਲ ਪ੍ਰੋਸੈਸ ਹੈ ਉਹਨੂੰ ਕਦੇ ਵੀ ਨਹੀਂ ਰੋਕਣਾ ਚਾਹੀਦਾ, ਕਿਉਂਕਿ ਰੱਬ ਤਾਂ ਨਹੀਂ ਕਹਿ ਰਿਹਾ ਨਾ ਕਿ ਤੁਸੀਂ ਇਹ ਕਰੋ। ਤਾਂ ਇਹ ਹੈ ਕਿ ਇਹਨੂੰ ਬਿਲਕੁਲ ਵੀ ਇੱਦਾਂ ਨਹੀਂ ਕਰਨਾ ਚਾਹੀਦਾ। ਜੋ ਆਪਣਾ ਹਾਰਮੋਨਲ ਪ੍ਰੋਸੈਸ ਹੈ, ਨੈਚੁਰਲ ਪ੍ਰੋਸੈਸ ਹੈ, ਉਹਨੂੰ ਉੱਦਾਂ ਹੀ ਰਹਿਣ ਦੇਣਾ ਚਾਹੀਦਾ। ਇੱਕ ਗੋਲੀ ਆਉਂਦੀ ਹੈ ਨੋਰਐਥਿਸਟਰੋਨ ਕਰਕੇ, ਉਹੀ ਯੂਜੂਅਲੀ ਇਹਦੇ ਵਾਸਤੇ ਯੂਜ਼ ਹੁੰਦੀ ਹੈ। ਪਰ ਖੁਦ ਦੇ ਅਕੋਰਡਿੰਗ ਉਹ ਟੈਬਲੇਟ ਲੈਣਾ ਕਿੰਨਾ ਕੁ ਜਾਇਜ਼ ਹੈ? ਕਿਉਂਕਿ ਅਕਸਰ ਆਪਾਂ ਕਹਿ ਦਿੰਦੇ ਕਿ ਡਾਕਟਰ ਤੋਂ ਪੁੱਛੇ ਬਿਨਾਂ ਕੋਈ ਟੈਬਲੇਟ ਨਾ ਲਓ। ਰਾਈਟ, ਬਿਲਕੁਲ ਸਹੀ ਕਹਿ ਰਹੇ ਹੋ ਕਿ ਡਾਕਟਰ ਤੋਂ ਪੁੱਛੇ ਬਿਨਾਂ ਤਾਂ ਕਦੀ ਵੀ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ, ਬਟ ਅੱਜ ਕੱਲ੍ਹ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ, ਉਹ ਮੈਡੀਕਲ ਸਟੋਰ ਤੇ ਜਾਂਦੇ ਨੇ, ਉਹ ਲੈ ਲੈਂਦੇ ਨੇ। ਤੇ ਜਿਵੇਂ ਕਿ ਇੱਕ ਚੱਲਣ ਚੱਲਿਆ ਹੋਇਆ ਲਿਵਿੰਗ ਰਿਲੇਸ਼ਨ ਨੂੰ ਲੈ ਕੇ, ਤਾਂ ਕਈ ਵਾਰ ਹੁੰਦਾ ਕਿ ਅਨਵਾਂਟਿਡ ਪ੍ਰੈਗਨੈਂਸੀ ਹੋ ਜਾਂਦੀ ਹੈਗੀ ਆ, ਤਾਂ ਉਹ ਉਸ ਚੀਜ਼ ਨੂੰ ਜਿਹੜਾ ਕਿ ਛੁਪਾਉਣ ਦੇ ਲਈ ਤਮਾਮ ਤਰ੍ਹਾਂ ਦੀ ਜਿਹੜੀ ਕਿ ਟੈਬਲੇਟਸ ਮਾਰਕੀਟ ਦੇ ਵਿੱਚ ਮਿਲਦੀਆਂ ਨੇ, ਬਿਨਾਂ ਡਾਕਟਰੀ ਸਲਾਹ ਤੋਂ ਗਰਲਸ ਉਹ ਲੈ ਲੈਂਦੀਆਂ ਹੈਗੀਆਂ ਨੇ, ਤੇ ਉਸ ਚੀਜ਼ ਦਾ ਵੀ ਫਿਰ ਨੈਗੇਟਿਵ ਇਫੈਕਟ ਪੈ ਰਿਹਾ? ਸਰ ਜ਼ਰੂਰ ਪਏਗਾ ਨੈਗੇਟਿਵ ਇਫੈਕਟ। ਅਗਰ ਤੁਹਾਨੂੰ ਨੈਚੁਰਲੀ ਪ੍ਰੈਗਨੈਂਸੀ ਵੀ ਕਨਸੀਵ ਹੋ ਰਹੀ ਹੈ, ਤੁਸੀਂ ਅਬੋਰਸ਼ਨ ਦੀ ਤਰਫ ਜਾ ਰਹੇ ਹੋ, ਤਾਂ ਉਹ ਇੱਕ ਬਹੁਤ ਗਲਤ ਚੀਜ਼ ਹੈ। ਅੱਗੇ ਜਾ ਕੇ ਇਨਫਰਟੀਲਿਟੀ ਦੇ ਕੇਸਿਸ ਉਹਦੇ ਵਿੱਚ ਵੱਧ ਜਾਣਗੇ, ਕਿਉਂਕਿ ਕੋਈ ਚੀਜ਼ ਨੈਚੁਰਲੀ ਹੋ ਰਹੀ ਹੈ ਔਰ ਤੁਸੀਂ ਉਹਨੂੰ ਖੁਦ ਹੀ ਖਰਾਬ ਕਰ ਰਹੇ ਹੋ, ਤਾਂ ਓਬਵੀਅਸਲੀ ਬਾਡੀ ਤੇ ਇਫੈਕਟ ਤਾਂ ਆਏਗਾ ਹੀ ਨਾ। ਸੋ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਨ੍ਹਾਂ ਨੂੰ PCOS ਹੈਗਾ, ਤਾਂ ਉਹਨਾਂ ਮਹਿਲਾਵਾਂ ਦੇ ਵਿੱਚ ਬਹੁਤ ਬਦਲਾਅ ਆਉਂਦੇ ਨੇ, ਚਿੜਚਿੜਾਪਨ ਹੋ ਗਿਆ, ਆਪਣੇ ਆਪ ਦੇ ਵਿੱਚ ਘੁਟਨ ਮਹਿਸੂਸ ਕਰਦੇ ਨੇ, ਇੱਥੋਂ ਤੱਕ ਕਿ ਉਹਨਾਂ ਦੀ ਮੈਰਿਡ ਲਾਈਫ ਵੀ ਇਫੈਕਟ ਹੁੰਦੀ ਹੈ। ਸੋ ਕੀ ਇਹ ਇਸ ਦੇ ਨਾਲ ਕਹਿ ਸਕਦੇ ਹਾਂ ਕਿ ਜੋ ਸੈਕਸ ਡਿਜ਼ਾਇਰ ਹੈ ਉਹ ਖਤਮ ਹੋਣ ਕਰਕੇ ਜੋ ਇਹ ਸਭ ਕੁਝ ਪ੍ਰੋਬਲਮਸ ਆਉਂਦੀਆਂ ਨੇ? ਨਹੀਂ ਸਰ, ਇੱਦਾਂ ਕੁਝ ਨਹੀਂ ਹੈ। ਇਹ ਕਹਿ ਦਿੰਦੇ ਹਾਂ ਆਪਾਂ, ਬਟ ਇੱਕ ਮਿਥ ਹੈ। ਡਾਇਰੈਕਟ ਅਗਰ ਕੋਈ ਐਵੀਡੈਂਸ ਦੇਖੀਏ ਨਾ, ਤਾਂ ਐਸਾ ਕੁਝ ਵੀ ਨਹੀਂ ਹੈ। ਉਹ ਉਹਦੀ ਕੰਡੀਸ਼ਨ ਕਰਕੇ ਥੋੜੀ ਪ੍ਰੋਬਲਮ ਆ ਜਾਂਦੀ ਹੈ, ਲੇਕਿਨ ਡਾਇਰੈਕਟ ਆਪਾਂ PCOS ਨੂੰ ਫੋਕਸ ਕਰਕੇ ਕਹੀਏ ਕਿ ਸੈਕਸ਼ੂਅਲ ਡਿਜ਼ਾਇਰ ਖਤਮ ਹੋ ਜਾਂਦੀ ਹੈ, ਤਾਂ ਐਸਾ ਕੁਝ ਨਹੀਂ ਹੈ। ਉਹਦਾ ਵੀ ਇੱਕ ਰੀਜ਼ਨ ਹੈ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਕ੍ਰੋਨਿਕ ਹਾਰਮੋਨਲ ਮੈਟਾਬੋਲਿਕ ਸਿੰਡਰੋਮ ਹੈ ਨਾ, ਤਾਂ ਉਹਦੇ ਵਿੱਚ ਹਾਰਮੋਨਸ ਆਬਵੀਅਸਲੀ ਡਿਸਟਰਬ ਹੋ ਜਾਂਦੇ ਆ। ਤਾਂ ਹਾਰਮੋਨਸ ਅਗਰ ਡਿਸਟਰਬ ਹੋਣਗੇ ਤੇ ਸੈਕਸ਼ੂਅਲ ਡਿਜ਼ਾਇਰ ਆਟੋਮੈਟਿਕਲੀ ਘੱਟ ਹੋ ਜਾਂਦੀ ਹੈ। ਤੇ ਉਹਨੂੰ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੇਜੇਬਲ ਕੰਡੀਸ਼ਨ ਹੈ, ਤਾਂ ਮੈਨੇਜ ਕਰਾਂਗੇ, ਲਾਈਫ ਸਟਾਈਲ ਸਹੀ ਕਰਾਂਗੇ, ਡਾਈਟ ਸਹੀ ਕਰਾਂਗੇ, ਉਹ ਠੀਕ ਹੋ ਜਾਂਦਾ ਹੈ। ਲੇਕਿਨ ਆਪਾਂ ਕਹੀਏ ਕਿ PCOS ਹੀ ਇਹਦਾ ਕਾਰਨ ਹੈ, ਤਾਂ ਐਸਾ ਕੁਝ ਵੀ ਨਹੀਂ ਹੈ, ਕਿਉਂਕਿ ਉਹ ਡਿਪੈਂਡ ਕਰਦਾ ਹੈ ਕਿ ਸਟ੍ਰੈਸ, ਤੁਹਾਡਾ ਰਿਲੇਸ਼ਨਸ਼ਿਪ ਕਿੱਦਾਂ ਦਾ ਹੈ, ਹੈਲਦੀ ਹੈ ਨਹੀਂ ਹੈ ਹੈਲਦੀ, ਉਹ ਉਹਦੇ 'ਤੇ ਵੀ ਡਿਪੈਂਡ ਕਰਦਾ ਹੈ। ਤੁਹਾਡਾ ਜਿਹੜਾ ਪਾਰਟਨਰ ਹੈ ਉਹ ਤੁਹਾਨੂੰ ਸਪੋਰਟ ਕਰ ਰਿਹਾ ਕਿ ਨਹੀਂ ਕਰ ਰਿਹਾ, ਕਿਉਂਕਿ PCOS 'ਚ ਜਿਹੜੀ ਵਿਮਨ ਹੈ ਉਹ ਬੇਸਿਕਲੀ ਖੁਦ ਹੀ ਸਫਰ ਕਰਦੀ ਹੈ, ਉਹਨੂੰ ਇੰਨਾ ਸਪੋਰਟ ਨਹੀਂ ਮਿਲਦਾ। ਜਿੱਦਾਂ ਤੁਹਾਡਾ ਪਹਿਲੇ ਵੀ ਕੁਐਸਚਨ ਸੀਗਾ ਕਿ ਉਹਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ, ਤਾਂ ਅਗਰ ਉਹ ਕਰਵਾ ਵੀ ਲੈਂਦੀ ਹੈ ਤਾਂ ਥੋੜੀ ਜਿਹੀ ਪ੍ਰੋਬਲਮ ਤਾਂ ਉਹਨੂੰ ਫੇਸ ਕਰਨੀ ਪੈਂਦੀ ਹੈ। ਜਦੋਂ ਕਨਸੀਵ ਨਹੀਂ ਹੁੰਦਾ, ਉਹਨੂੰ ਫੈਮਿਲੀ ਪ੍ਰੈਸ਼ਰ ਆਉਂਦਾ ਹੈ, ਤੇ ਉਹਦੀ ਵਜ੍ਹਾ ਤੇ ਇਹ ਸਾਰੀਆਂ ਚੀਜ਼ਾਂ ਹੋਣ ਲੱਗ ਜਾਂਦੀਆਂ। ਸੋ ਜਿਵੇਂ ਮੰਨ ਲਓ ਕਿ ਕਿਸੇ ਨੂੰ ਚਲੋ ਰੱਬ ਨਾ ਕਰੇ ਇਹ ਪ੍ਰੋਬਲਮਸ ਆਉਂਦੀਆਂ ਨੇ, ਆਫਟਰ ਮੈਰਿਜ ਇਹ ਪ੍ਰੋਬਲਮ ਆ ਗਈ, ਤਾਂ ਪਾਰਟਨਰ ਦੇ ਨਾਲ ਰਿਲੇਸ਼ਨ ਬਣਾਉਣਾ ਕੋਈ ਹਾਰਮਫੁਲ ਤਾਂ ਨਹੀਂ ਹੋਵੇ ਕਿ ਆਪਣਾ ਪਾਰਟਨਰ ਤਾਂ ਨਹੀਂ ਉਸ ਚੀਜ਼ ਤੋਂ ਇਫੈਕਟ ਹੋਊਗਾ? ਨਹੀਂ ਸਰ, ਐਸਾ ਕੁਝ ਨਹੀਂ ਹੈ। ਪਾਰਟਨਰ ਉਹਦੇ ਨਾਲ ਅਫੈਕਟ ਨਹੀਂ ਹੋਏਗਾ, ਬਿਕੋਜ਼ PCOS ਫੀਮੇਲ ਦੀ ਪ੍ਰੋਬਲਮ ਹੈ। ਫੀਮੇਲ ਦੀ ਪ੍ਰੋਬਲਮ ਹੈ ਤਾਂ ਮੇਲ ਨੂੰ ਕੋਈ ਉਹਦੇ 'ਤੇ ਇਫੈਕਟ ਨਹੀਂ ਆਏਗਾ। ਔਰ ਕਈ ਵਾਰ ਤਾਂ ਕੀ ਹੁੰਦਾ ਹੈ ਕਿ ਜਦੋਂ ਪਹਿਲੇ ਬਿਫੋਰ ਮੈਰਿਜ ਕਿਸੇ ਨੂੰ PCOS ਹੈ, ਉਹ ਆਪਣੇ ਪਾਰਟਨਰ ਨਾਲ ਸੈਕਸ਼ੂਅਲ ਰਿਲੇਸ਼ਨ ਬਣਾਉਂਦਾ ਹੈ, ਅਤੇ ਉਹ ਤੋਂ ਬਾਅਦ ਇਹ ਸੋਲਵ ਵੀ ਹੋਣ ਲੱਗ ਜਾਂਦੀ ਹੈ ਪ੍ਰੋਬਲਮ, ਕਿਉਂਕਿ ਇਹ ਹਾਰਮੋਨਸ ਦੀ ਪ੍ਰੋਬਲਮ ਹੈ, ਅਤੇ ਮੇ ਬੀ ਉਹ ਤੋਂ ਬਾਅਦ ਉਹਦੇ ਹਾਰਮੋਨਸ ਬੈਟਰ ਹੋ ਜਾਣ। ਅਤੇ ਜਿਵੇਂ ਤੁਸੀਂ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਪ੍ਰੈਗਨੈਂਸੀ ਕਨਸੀਵ ਕਰਨ ਦੇ ਵਿੱਚ ਥੋੜ੍ਹੀ ਬਹੁਤੀ ਦਿੱਕਤ ਆਉਂਦੀ ਹੈ, ਚਲੋ ਜੇ ਕਨਸੀਵ ਹੋ ਵੀ ਜਾਂਦੇ ਨੇ, ਤਾਂ ਉਸ ਕੰਡੀਸ਼ਨ ਦੇ ਵਿੱਚ ਕੁਝ ਖਾਸ ਧਿਆਨ ਰੱਖਣ ਦੀ ਲੋੜ ਹੈ? ਹਾਂਜੀ, ਉਹਦੇ ਵਿੱਚ ਬਹੁਤ ਜ਼ਿਆਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਲਾਈਕ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਇਹਦੇ ਵਿੱਚ ਨਾ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦਾ ਹੈ। ਇਨਸੂਲਿਨ ਰੈਜ਼ਿਸਟੈਂਸ 'ਚ ਕੀ ਹੈ ਕਿ ਫਿਰ ਉਹਨੂੰ ਪ੍ਰੈਗਨੈਂਸੀ ਦੇ ਦੌਰਾਨ ਨਾ ਡਰ ਰਹਿੰਦਾ ਹੈ ਕਿ ਉਹਨੂੰ ਸ਼ੂਗਰ ਨਾ ਹੋ ਜੇ, ਅਤੇ ਓਬਵੀਅਸਲੀ ਜੀ ਗੱਲ ਹੈ ਕਿ ਅਗਰ ਮਾਤਾ ਨੂੰ ਸ਼ੂਗਰ ਹੋਏਗੀ, ਮਦਰ ਨੂੰ ਸ਼ੂਗਰ ਹੋਏਗੀ, ਤੇ ਅੱਗੇ ਬੱਚੇ 'ਤੇ ਵੀ ਉਹਦਾ ਇਫੈਕਟ ਆਉਂਦਾ ਹੈ, ਅਤੇ ਜੈਸਟੇਸ਼ਨਲ ਡਾਇਬਟੀਜ਼ ਉਹਨੂੰ ਆਪਾਂ ਕਹਿੰਦੇ ਹਾਂ, ਤੇ ਉਹ ਪ੍ਰੋਬਲਮ ਇੱਕ ਆਏਗੀ। ਦੂਸਰੀ ਗੱਲ ਹੈ ਕਿ ਥੋੜ੍ਹਾ ਜਿਹਾ ਸਟ੍ਰੈਸ ਇਨਕਰੀਜ਼ ਹੋ ਜਾਂਦਾ ਹੈ, ਉਹਨੂੰ ਲੱਗਦਾ ਹੈ ਕਿ ਮੈਨੂੰ PCOS ਹੈ, ਤੇ ਉਹ ਸੋਚਦੀ ਹੈ ਉਹਦੇ ਬਾਰੇ, ਤੇ ਥੋੜ੍ਹਾ ਜਿਹਾ ਉਹਦੇ 'ਤੇ ਇਫੈਕਟ ਆਏਗਾ। ਤੀਸਰਾ ਕਿਆ ਹੈ ਕਿ ਜਿਹੜਾ ਸਾਡਾ ਯੂਟਰਸ ਹੈ ਉਹ ਵੀਕ ਹੋ ਜਾਂਦਾ ਹੈ, ਤੇ ਅਰਲੀ ਮਿਸਕੈਰੇਜ ਦੇ ਚਾਂਸਿਸ ਰਹਿੰਦੇ ਆ, ਜਾਂ ਫਿਰ ਅਰਲੀ ਜਿਹੜੀ ਪ੍ਰੈਗਨੈਂਸੀ ਹੈ ਉਹਦੇ ਚਾਂਸਿਸ ਰਹਿੰਦੇ ਆ, ਅਰਲੀ ਡਿਲੀਵਰੀ ਦੇ ਚਾਂਸਿਸ ਰਹਿੰਦੇ ਆ। ਤੇ ਉਹਦੇ ਵਿੱਚ ਇਹ ਹੈ ਕਿ ਅਗਰ ਤੁਸੀਂ ਹੈਲਦੀ ਮੋਨੀਟਰਿੰਗ ਕਰੋਗੇ, ਆਪਣਾ ਸ਼ੂਗਰ ਮੋਨੀਟਰ ਕਰਦੇ ਰਹੋਗੇ, ਸਟ੍ਰੈਸ ਨਹੀਂ ਲਓਗੇ, ਹੈਲਦੀ ਈਟਿੰਗ ਕਰੋਗੇ, ਲਾਈਫ ਸਟਾਈਲ ਅੱਛਾ ਰੱਖੋਗੇ, ਤੇ ਉਹ ਈਜ਼ੀ ਹੋ ਜਾਂਦਾ ਹੈ।
ਕਿ ਆਯੁਰਵੇਦ ਦੇ ਵਿੱਚ ਇਸ PCOS ਦੀ ਪ੍ਰੋਬਲਮ ਦਾ ਪੱਕਾ ਇਲਾਜ ਹੈ? ਜੇ ਨਹੀਂ ਤਾਂ ਫਿਰ ਇਸ ਨੂੰ ਕਿਵੇਂ ਮੈਨੇਜ ਕੀਤਾ ਜਾ ਸਕਦਾ? सर देखो, अगर मैं कमा कि ਇਹਦਾ परमानेंट क्योर है तो ऐसा कुछ नहीं है, बिकॉज एक मैनेजेबल कंडीशन है। अगर ਆਪਾਂ ਆਪਣਾ ਲਾਈਫ ਸਟਾਈਲ ਅੱਛਾ ਰੱਖਾਂਗੇ, ਆਪਣੀ ਡਾਈਟ ਅੱਛੀ ਰੱਖਾਂਗੇ ਤੇ ਦੂਜਾ ਆਯੁਰਵੇਦ 'ਚ ਬਹੁਤ ਕੁਝ ਦੱਸਿਆ ਹੋਇਆ ਹੈ ਕਿ ਇਹ ਨਹੀਂ ਖਾਣਾ ਚਾਹੀਦਾ, ਇਹ ਨਹੀਂ ਖਾਣਾ ਚਾਹੀਦਾ ਤੇ ਕੁਝ ਹਰਬਸ ਐਸੀਆਂ ਨੇ ਜੋ ਇਹਦੇ 'ਚ ਬਹੁਤ ਜ਼ਿਆਦਾ ਹੈਲਪ ਕਰਦੀਆਂ ਨੇ ਤੇ ਜਿਹੜੀ ਸਾਡੀ ਬਾਡੀ ਦਾ ਪੂਰਾ ਫੰਕਸ਼ਨ ਹੈ, ਅਗਰ ਉਹ ਪ੍ਰੋਪਰ ਹੋਏਗਾ ਤਾਂ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਸੋ ਆਯੁਰਵੇਦ ਦੇ ਵਿੱਚ ਕੁਝ ਅਜਿਹੀ ਫਾਰਮੂਲੇਸ਼ਨ ਤਿਆਰ ਕੀਤੀ ਗਈ ਹੈ ਜਿਹੜੀ ਕਿ ਇਸ ਪ੍ਰੋਬਲਮ ਨੂੰ ਸੌਰਟ ਆਊਟ ਕਰਨ ਦੇ ਵਿੱਚ ਵਧੀਆ ਰੋਲ ਨਿਭਾ ਸਕੇ? ਆਯੁਰਵੇਦ ਦੇ ਵਿੱਚ ਨਾ ਅਸੀਂ ਬਹੁਤ ਸਾਰੀਆਂ ਹਰਬਸ ਦੱਸੀਆਂ ਹੋਈਆਂ, ਜਿਵੇਂ ਫੋਰ ਐਗਜ਼ਾਮਪਲ ਅਸ਼ਵਗੰਧਾ ਦੱਸਿਆ ਹੋਇਆ ਹੈ, ਸ਼ਤਾਵਰੀ ਦੱਸੀ ਹੋਈ ਹੈ, ਗੁੜੂਚੀ, ਹਲਦੀ, ਜਾਂ ਫਿਰ ਆਪਾਂ ਘਰਾਂ 'ਚ ਯੂਜ਼ ਕਰਦੇ ਹਾਂ ਦਾਲਚੀਨੀ, ਤੇ ਉਹਦੇ ਇਹਨਾਂ ਹਰਬਸ ਦੇ ਨਾਲ ਅਲੱਗ-ਅਲੱਗ ਇਫੈਕਟ ਨੇ। ਜਿਵੇਂ ਅਸ਼ਵਗੰਧਾ ਹੈ, ਉਹ ਤੁਹਾਡੇ ਸਟ੍ਰੈਸ ਨੂੰ ਬਹੁਤ ਜ਼ਿਆਦਾ ਰਿਲੀਫ ਕਰਦਾ ਹੈ, ਠੀਕ ਹੈ। ਦੂਸਰਾ ਆਪਾਂ ਸ਼ਤਾਵਰੀ ਦੀ ਗੱਲ ਕਰਦੇ ਹਾਂ, ਉਹ ਜਿਹੜੀ ਵਿਮਨ ਦੀ ਰਿਪਰੋਡਕਟਿਵ ਹੈਲਥ ਹੈ ਉਹਦੇ 'ਤੇ ਬਹੁਤ ਅੱਛਾ ਕੰਮ ਕਰਦੀ ਹੈ। ਥਰਡ ਆਪਾਂ ਕਚਨਾਰ ਦੀ ਗੱਲ ਕਰ ਲੈਂਦੇ ਹਾਂ। ਕਚਨਾਰ ਆਪਣੇ ਘਰਾਂ 'ਚ ਵੀ ਸਬਜ਼ੀਆਂ ਵਗੈਰਾ ਬਣਦੀਆਂ, ਸਾਡੇ ਹਿਮਾਚਲ 'ਚ ਤਾਂ ਬਹੁਤ ਹੁੰਦੀਆਂ ਤੇ ਉਹਦੇ ਵਿੱਚ ਇੱਦਾਂ ਹੈ ਕਿ ਉਹ ਜਿਹੜੀ ਅੰਦਰ ਗੱਠ ਬਣ ਰਹੀ ਹੈ, ਸੂਜਨ ਆ ਰਹੀ ਹੈ, ਇਨਫਲੇਮੇਸ਼ਨ ਹੋ ਰਹੀ ਹੈ, ਉਹਦੇ 'ਤੇ ਬਹੁਤ ਅੱਛਾ ਕੰਮ ਕਰਦਾ ਹੈ। ਗੁੜੂਚੀ ਗਲੋਏ ਸੁਣਿਆ ਹੀ ਹੋਣਾ ਤੁਸੀਂ? ਜੀ, ਗਲੋ। ਹਾਂ, ਤੇ ਉਹ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੀ ਹੈ ਨਾ। ਔਰ ਨੈਕਸਟ ਤ੍ਰਿਫਲਾ ਆਪਾਂ ਗੱਲ ਕਰ ਲਈਏ, ਤ੍ਰਿਫਲਾ 'ਚ ਹਰੜ ਬਹੇੜਾ ਆਮਲਾ ਹੁੰਦਾ ਹੈ ਤੇ ਅਗਰ ਆਪਾਂ ਉਹਦਾ ਯੂਜ਼ ਕਰਦੇ ਹਾਂ, ਉਹ ਡਿਟੌਕਸ ਕਰਦਾ ਹੈ ਬਾਡੀ ਨੂੰ, ਡਾਈਜੈਸ਼ਨ ਨੂੰ ਪ੍ਰੋਪਰ ਕਰਦਾ ਹੈ, ਮੈਟਾਬੋਲਿਜ਼ਮ ਇਨਕਰੀਜ਼ ਕਰਦਾ ਹੈ। ਤਾਂ ਇਹ ਸਾਰੀਆਂ ਜਿਹੜੀਆਂ ਹਰਬਸ ਹੈ ਉਹ ਯੂਜ਼ ਹੁੰਦੀਆਂ ਤੇ ਸਾਡੇ ਲਾਈਫ ਵੇਦਾ 'ਚ ਵੀ ਇੱਕ ਪ੍ਰੋਡਕਟ ਹੈ ਸਾਡਾ ਓਵਾਸਿਸਟ, ਇਹਦੇ ਵਿੱਚ ਸਾਰੀਆਂ ਇਹ ਫਾਰਮੂਲੇਟਿਡ ਨੇ ਤੇ ਕਿੰਨੀ ਕੁਆਂਟੀਟੀ 'ਚ ਹੈ, ਕਿਆ ਡੋਜ਼ ਹੈ, ਉਹ ਸਾਰਾ ਉਹਦੇ ਵਿੱਚ ਮੈਂਸ਼ਨਡ ਹੈ, ਉਹ ਲੈਣਾ ਚਾਹੀਦਾ ਹੈ। ਸੋ ਜਿਸ ਤੁਸੀਂ ਇਹ ਫਾਰਮੂਲੇਸ਼ਨ ਦਾ ਜ਼ਿਕਰ ਕਰ ਰਹੇ ਹੋ, ਜਦੋਂ ਇਹ ਕਿਸੇ ਦੇ ਵੱਲੋਂ ਕੋਰਸ ਕੀਤਾ ਜਾ ਰਿਹਾ ਹੁੰਦਾ, ਕੁਝ ਅਜਿਹੀਆਂ ਚੀਜ਼ਾਂ ਹੈ ਜੋ ਆਪਾਂ ਅਵੋਇਡ ਕਰਨੀਆਂ ਨੇ ਖਾਣ ਪੀਣ ਤੋਂ? ਜੀ ਸਰ, ਬਿਲਕੁਲ। ਦੇਖੋ ਕੀ ਹੁੰਦਾ ਹੈ ਕਿ ਇੱਕ ਤਾਂ ਦਵਾਈ ਹੁੰਦੀ ਹੈ ਔਰ ਦੂਜਾ ਡਾਕਟਰ ਹੁੰਦਾ ਔਰ ਤੀਜਾ ਹੁੰਦਾ ਪੇਸ਼ੈਂਟ ਦੀ ਡੈਡੀਕੇਸ਼ਨ, ਠੀਕ ਹੈ। ਦਵਾਈ ਤੁਸੀਂ ਖਾ ਰਹੇ ਹੋ, ਤੁਸੀਂ ਪਰਹੇਜ਼ ਕੁਛ ਨਹੀਂ ਕਰ ਰਹੇ ਹੋ ਤੇ ਉਹਦੇ ਨਾਲ ਕੋਈ ਰਿਲੀਫ ਨਹੀਂ ਆਏਗਾ। ਅੱਗੋਂ ਬੰਦਾ ਇਹ ਕਹੇਗਾ ਕਿ ਉਹ ਡਾਕਟਰ ਨਹੀਂ ਹੈਗਾ ਚੱਜ ਦਾ ਜਾਂ ਉਹ ਦਵਾਈ ਨਹੀਂ ਹੈਗੀ ਚੱਜ ਦੀ, ਬਟ ਤੁਸੀਂ ਡਾਕਟਰ ਦੀ ਸੁਣੋਗੇ, ਦੂਸਰਾ ਆਪਣਾ ਲਾਈਫ ਸਟਾਈਲ ਔਰ ਡਾਈਟ ਸਹੀ ਰੱਖੋਗੇ ਤੇ ਤੀਸਰਾ ਮੈਡੀਸਿਨ ਨੂੰ ਪ੍ਰੋਪਰਲੀ ਖਾਓਗੇ ਜਿਵੇਂ ਤੁਹਾਨੂੰ ਦੱਸਿਆ ਜਾਂਦਾ ਤੇ ਉਹ ਬੈਸਟ ਰਹਿੰਦਾ ਹੈ ਔਰ ਬਹੁਤ ਅੱਛੇ ਉਹਦੇ ਰਿਜ਼ਲਟਸ ਆਉਂਦੇ ਨੇ। ਸੋ ਡਾਕਟਰ ਆਕਾਂਕਸ਼ਾ, ਬਹੁਤ-ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੈਗੇ ਨੇ। ਸੋ ਜਿਸ ਤਰ੍ਹਾਂ ਦੇ ਨਾਲ ਵੂਮੈਨਸ ਦੀ ਸਭ ਤੋਂ ਵੱਡੀ ਪ੍ਰੋਬਲਮ PCOS ਨੂੰ ਲੈ ਕੇ ਤਮਾਮ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈਆਂ ਨੇ ਅਤੇ ਆਯੁਰਵੇਦ ਦੇ ਵਿੱਚ ਇਸ ਦੇ ਸਫਲ ਇਲਾਜ ਨੂੰ ਲੈ ਕੇ ਤਿਆਰ ਕੀਤੇ ਗਏ ਫਾਰਮੂਲੇਸ਼ਨ ਦੇ ਬਾਰੇ ਵੀ ਤੁਹਾਨੂੰ ਦੱਸਿਆ। ਸੋ ਤੁਸੀਂ ਵੀ ਜੇਕਰ ਇਸ ਡਿਜ਼ੀਜ਼ ਤੋਂ ਗੁਜ਼ਰ ਰਹੇ ਹੋ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਇਹ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਲਾਈਫ ਵੇਦਾ ਦਾ ਜਿਹੜਾ ਕਿ ਅਸੀਂ ਕੰਟੈਕਟ ਨੰਬਰ ਵੀ ਆਪਣੀ ਸਕਰੀਨ ਦੇ ਉੱਪਰ ਫਲੈਸ਼ ਕਰ ਰਹੇ ਹਾਂ। ਸੋ ਮਨ ਦੇ ਵਿੱਚ ਜੇਕਰ ਕੋਈ ਵੀ ਸਵਾਲ ਸ਼ੰਕੇ ਹੈਗੇ ਨੇ, ਇਸ ਦੇ ਉੱਪਰ ਕਾਲ ਕਰਕੇ ਆਪਣੇ ਜਿਹੜੇ ਕਿ ਮਨ ਦੇ ਸਵਾਲ ਨੇ ਉਹਨਾਂ ਦੇ ਜਵਾਬ ਲੈ ਸਕਦੇ ਹੋ। ਐਕਸਪਰਟ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਨਗੇ ਤਾਂ ਇਹ ਇੱਕ ਵਾਰ ਪ੍ਰੋਡਕਟ ਯੂਜ਼ ਕਰਿਓ, ਤੁਹਾਨੂੰ ਵੀ ਇੱਕ ਵਧੀਆ ਜਿਹੜੀ ਕਿ ਜ਼ਿੰਦਗੀ ਮਿਲੇਗੀ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਧੰਨਵਾਦ।